ਜੀ ਅਸਲਾਮੁਅਲੈਕਮ, ਜੀ ਆਇਆਂ ਨੂੰ ਪੰਜਾਬੀ ਤਬਸਰੇ ਦੇ ਵਿੱਚ। ਅਤੇ ਅੱਜ ਅਸੀਂ ਗੱਲ ਕਰਾਂਗੇ, ਹੈ ਤਾਂ ਸ਼ਰਮ ਵਾਲੀ ਹੈ ਲੇਕਿਨ ਕਰਨੀ ਪੈਂਦੀ, ਕੀ ਕਰੀਏ। ਇਹ ਹੁਣ ਪਾਕਿਸਤਾਨ ਦੇ ਵਿੱਚ ਨਵਾਂ ਸਿਸਟਮ ਇੱਕ ਸ਼ੁਰੂ ਹੋ ਰਿਹਾ ਹੈ ਕਿ ਜਿਤਨੇ ਵੀ ਗਲੀਆਂ ਦੇ, ਮੁਹੱਲਿਆਂ ਦੇ, ਸਟਰੀਟਾਂ ਦੇ ਨਾਂ ਹਿੰਦੂਆਂ ਤੋਂ ਚੇਂਜ ਕਰਕੇ ਬਦਲ ਕੇ ਅਤੇ ਉਹ ਮੁਸਲਮਾਨਾਂ ਦੇ ਨਾਂ 'ਤੇ ਰੱਖੇ ਗਏ ਸੀ। ਹੁਣ ਦੁਬਾਰਾ ਜਿਹੜੇ ਸਾਡੇ ਬੰਦੇ ਉੱਧਰੋਂ ਆਏ ਨੇ, ਕੋਈ ਅੰਮ੍ਰਿਤਸਰ ਤੋਂ ਆਏ ਆ, ਕੋਈ ਜਿਹੜਾ ਰਾਜਸਥਾਨ ਤੋਂ ਆਏ ਆ ਅਤੇ ਕੋਈ ਦਿੱਲੀ ਤੋਂ ਆਏ ਆ, ਦੇ ਲਵ ਦੈਟ ਹੁਣ ਦੁਬਾਰਾ ਉਹ ਚੇਂਜ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇਹਦੇ 'ਤੇ ਗੱਲ ਕਰਨੇ ਆ ਅਸੀਂ ਨਸੀਮ ਭਾਈ ਨਾਲ। ਜੀ ਅਸਲਾਮੁਅਲੈਕਮ ਨਸੀਮ ਜੀ, ਵਾਲੇਕੁਮ ਸਲਾਮ ਰਹਿਮਤੁਲਾਹਿ ਵਬਰਕਾਤੁਹੂ। ਜੀ ਸਰ ਜੀ, ਕੀ ਕੋਈ ਇਹਦੇ 'ਤੇ ਰਿਪੋਰਟ ਹੈ, ਕੀ ਹੋ ਰਿਹਾ, ਕੀ ਕਰ ਰਹੇ ਨੇ? ਮੈਂ ਸੁਣਿਆ, ਲੇਕਿਨ ਗਲਤ ਗੱਲ, ਦੁੱਖ ਦੀ ਗੱਲ ਹੈ ਕਿ ਤੁਸੀਂ ਆਲਰੇਡੀ ਨਾਂ ਰੱਖੇ ਨੇ। ਪਾਕਿਸਤਾਨ ਬਣਿਆ ਇਸਲਾਮ ਦੇ ਨਾਂ 'ਤੇ, ਇਸਲਾਮ ਮੁਸਲਮਾਨਾਂ ਵਾਸਤੇ ਬਣਿਆ। ਜੋ ਪਹਿਲੂ ਸੀ, ਜਿਸ ਦਾ ਤਕਸੀਮ ਹੋ ਗਿਆ ਹੈ, ਤਾਂ ਉਹਨੂੰ ਭੁੱਲ ਜਾਓ ਪੁਰਾਣੇ ਦੌਰ ਨੂੰ। ਤੁਸੀਂ ਹੁਣ ਜਿਹੜੇ ਨਾਂ ਰੱਖੇ ਨੇ ਇਸਲਾਮੀ, ਹਟਾ ਕੇ ਤੁਸੀਂ ਉਹਨਾਂ ਨੂੰ ਪੁਰਾਣੇ ਦੌਰ ਦੇ ਪਤਾ ਨਹੀਂ ਹੈ ਸਨ ਨਹੀਂ ਸਨ, ਸਾਰਿਆਂ ਨੂੰ ਕਰ ਰਹੇ ਹੋ। ਕਿਹਨੂੰ ਖੁਸ਼ ਕਰ ਰਹੇ, ਕੀ ਕਰ ਰਹੇ ਹੋ? ਅਤੇ ਤੁਹਾਨੂੰ ਵਾਕਈ ਦੀ ਜਿਸ ਤੁਸੀਂ ਕਿਹਾ ਕਿ ਜੇ ਤੁਹਾਨੂੰ ਇਤਨੀ ਮੁਹੱਬਤ ਹੈ ਅਤੇ ਉਹਨਾਂ ਚੀਜ਼ਾਂ ਨਾਲ 'ਤੇ ਵਾਪਸ ਚੱਲ ਰਹੇ ਹੋ। ਅਸੀਂ ਬਾਰਡਰ ਕ੍ਰਾਸ ਕਰੋ, ਤੁਸੀਂ ਅੱਧੇ ਘੰਟੇ 'ਚ ਪਰੇ ਹੋਣਾ ਤੁਹਾਡੇ ਨਾਲ, ਤਾਂ ਉਹਨਾਂ ਦੀ ਹੈ ਵੀ ਗੱਲ। ਅਤੇ ਉੱਧਰ ਦੀ ਸਿਟੀਜ਼ਨ ਲੈ ਲਓ, ਉੱਧਰ ਚਲੇ ਜਾਓ, ਆਪਣੇ ਘਰ ਪੁਰਾਣੇ ਜਿੱਥੋਂ ਆਏ ਹੋ। ਤੁਸੀਂ ਇਹਨਾਂ ਮੁਸਲਮਾਨਾਂ ਦੇ ਮੁਲਕ ਨੂੰ ਛੱਡ ਦੇ ਇਸ ਹਾਲ 'ਤੇ। ਅਤੇ ਮਤਲਬ ਮੇਰੀ ਤਰਫੋਂ ਤਾਂ ਇਹੀ ਹੈ। ਬਾਕੀ ਹੁਣ ਤੁਸੀਂ ਉਹਦੇ 'ਚ ਕੋਈ ਰੋਸ਼ਨੀ ਪਾਓ ਕਿ ਬਈ ਮੈਂ ਗਲਤ ਕੀਤੀ ਗੱਲ, ਅਤੇ ਦੱਸ ਰਹੇ ਕਿ ਦੁੱਖ ਦੀਆਂ ਗੱਲਾਂ ਨੇ। ਨਹੀਂ ਆ ਰਹੀ ਨਾ, ਕਰਨਾ ਕੀ ਚਾਹ ਰਹੇ ਨੇ ਸਰ? ਮੈਨੂੰ ਇਸਲਾਮੀ ਨਾਂ ਚੇਂਜ ਕਰਕੇ ਤੇ ਦੁਬਾਰਾ ਜਿਹੜਾ ਉਹ ਰੱਖਣ ਲੱਗੇ ਨੇ, ਜਾਂ ਤਾਂ ਚੇਂਜ ਹੀ ਨਾ ਕਰਦੇ। ਇਹਦਾ ਮਤਲਬ ਹੈ ਜਿਹੜੇ ਲੋਕ ਉਦੋਂ ਜਿਨ੍ਹਾਂ ਨੇ ਚੇਂਜ ਕੀਤਾ ਉਹ ਪਾਗਲ ਸੀ, ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਨੇ। ਬਿਲਕੁਲ, ਉਹਨਾਂ ਦੇ ਨਾਂ 'ਤੇ ਹਰ ਚੀਜ਼ ਹੋਣੀ ਚਾਹੀਦੀ ਹੈ ਨਾ ਜੀ। ਹੁਣ ਇੱਥੋਂ ਹਿਸਾਬ ਲਾ ਲਓ, ਇੱਕ ਛੋਟੀ ਜਿਹੀ ਮਿਸਾਲ ਦੇਣਾ ਕਿ ਨਾਂ ਦਾ ਇਤਨਾ ਫਰਕ ਹੈ ਕਿ ਹਰ ਚੀਜ਼ ਨਵਾਜ਼ ਸ਼ਰੀਫ ਦੇ ਨਾਂ 'ਤੇ ਸੀ, ਹੁਣ ਉਹ ਚੇਂਜ ਕਰਕੇ ਤੇ ਮਰੀਮ ਨਵਾਜ਼ ਦੇ ਨਾਂ 'ਤੇ ਹੋ ਰਹੀ ਹੈ। ਅੱਛਾ, ਜਿਹੜੇ ਹਸਪੀਟਲ ਜਿਹੜੇ ਬਣ ਰਹੇ ਨੇ, ਜਾਂ ਉਹ ਪਾਰਕ ਹੈ ਸਾਡੇ ਦੇ ਸ਼ਹਿਰ ਵਿੱਚ, ਉਹ ਨਵਾਜ਼ ਸ਼ਰੀਫ ਪਾਰਕ ਹੈ। ਠੀਕ ਹੈ, ਤੁਸੀਂ ਆਪਣੇ ਨਾਂ ਲਾ ਰਹੇ ਹੋ, ਔਰ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਦੇ ਨਾਂ ਤੁਸੀਂ ਖਤਮ ਕਰ ਰਹੇ ਹੋ। ਯਾਰ ਦੇਖੋ, ਨਾਂ ਲਾਣਾ ਨੇ ਨਾ, ਨਾਂ ਜਿਹੜਾ ਨਹੀਂ, ਨਾਂ ਤੇ ਦੇਖੋ ਨਾ, ਮੈਂ ਅਗਰ ਕੋਈ ਕੰਮ ਐਸਾ ਕਰਨਾ ਜੀ ਐਗਜ਼ੈਕਟਲੀ ਕਿ ਮੇਰਾ ਨਾਮ ਬਣਦਾ ਹੈ ਤੇ ਮੇਰਾ ਲੱਗਣਾ ਚਾਹੀਦਾ। ਹੁਣ MM ਆਲਮ ਰੋਡ ਹੈ, ਬਿਲਕੁਲ, ਤੇ ਉਹਦਾ ਨਾਂ ਤੇ ਬਣਦਾ ਨਾ, ਇਸ 'ਚ ਕੋਈ ਸ਼ੱਕ ਨਹੀਂ ਹੈ। ਹੁਣ ਤੁਸੀਂ ਉਹਨੂੰ ਹਟਾ ਕੇ ਤੇ ਉਹ ਕੀ, ਉਹ ਜਿਹੜਾ ਫੜਿਆ ਨੇ ਅਭਿਨੰਦਨ, ਹੁਣ MM ਆਲਮ ਨੂੰ ਹਟਾ ਕੇ ਤੁਸੀਂ ਅਭਿਨੰਦਨ ਰੋਡ ਕਰ ਦਿਓ, ਤੇ ਇਹ ਤਾਂ ਫਿਰ ਜ਼ਿਆਦਤੀ ਹੈ ਨਾ, ਜ਼ੁਲਮ ਹੈ ਪਾਕਿਸਤਾਨ ਨਾਲ। ਔਰ ਅਵਾਮ ਮੇਰੇ ਖਿਆਲ ਸੁੱਤੀ ਹੈ, ਜਾਂ ਕੀ ਵਜ੍ਹਾ ਯਾਰ ਕੋਈ ਸੈਂਸ ਨਹੀਂ ਬਣਦੀ। ਜਦੋਂ ਤੁਸੀਂ ਇਹ ਗੱਲ ਕੀਤੀ ਨਾ, ਇਹਦੇ ਬਾਰੇ 'ਚ ਮੈਂ ਗੱਲ ਕਰਨਾ ਚਾਹੁੰਦਾ। ਇਹ ਅਵਾਮ ਨੂੰ ਨਾ ਜਿਹੜੇ ਹਾਲਾਤ ਬਣਾਏ ਜਾ ਰਹੇ ਨੇ ਜਾਂ ਫੋਰਸ ਕੀਤਾ ਜਾ ਰਿਹਾ ਹੈ, ਮੈਨੂੰ ਮਹਿਸੂਸ ਇਹ ਹੁੰਦਾ ਕਿ ਚਾਹੁੰਦੇ ਨੇ ਕਿ ਅਵਾਮ ਸੜਕਾਂ 'ਤੇ ਆ ਜਾਏ, ਜਿਸ ਤਰ੍ਹਾਂ ਉਹ ਅਰਬ ਸਪਰਿੰਗ ਸ਼ੁਰੂ ਹੋਈ ਸੀ 2011 'ਚ, ਅਤੇ ਮੁਲਕ ਦੇ ਵਿੱਚ ਇਤਨੇ ਕੁ ਹਾਲਾਤ ਖਰਾਬ ਹੋ ਜਾਣ, ਇਤਨੇ ਖਰਾਬ ਹੋ ਜਾਣ ਕਿ ਤੁਹਾਡੇ ਜਿਹੜੇ ਸਪੈਸ਼ਲੀ ਕੀਮਤੀ ਅਸਾਸੇ ਨੇ, ਉਹਨਾਂ ਨੂੰ ਦੂਸਰੇ ਮੁਲਕ ਤੁਹਾਡੇ 'ਤੇ ਜ਼ੋਰ ਪਾਉਣ ਕਿ ਬਈ ਹੁਣ ਤੁਹਾਡਾ ਮੁਲਕ ਸਟੇਬਲ ਨਹੀਂ ਰਿਹਾ ਅਤੇ ਸਾਡੇ ਹਵਾਲੇ ਕਰ ਦਿਓ। ਅਤੇ ਤੁਹਾਡੇ ਕੋਲ ਉਹ ਨਾ ਰਹਿਣਾ, ਅਤੇ ਭਾਈ ਜੀ ਤੁਹਾਡੀ ਕੋਈ ਵੈਲਿਊ ਨਹੀਂ ਰਹਿਣੀ। ਇਸ ਤਰ੍ਹਾਂ ਜਾਣ ਬੁੱਝ ਕੇ ਵੈਲਿਊ ਤਾਂ ਸਾਡੀ ਅੱਗੇ ਵੀ ਕੋਈ ਨਹੀਂ, ਤੁਹਾਡੇ ਕੋਲ ਡਰਦੇ ਨੇ ਕਿ ਤੁਹਾਡੇ ਕੋਲ ਇੱਕ ਚੀਜ਼ ਹੈ ਜਿਹੜੀ ਅਗਲੇ ਨੂੰ ਨੁਕਸਾਨ ਕਰ ਸਕਦੀ, ਜੇ ਤੁਹਾਡੇ ਕੋਲ ਉਹ ਹੀ ਨਾ ਰਹੇ। ਅਤੇ ਇੱਕ ਤਾਂ ਤੁਹਾਡੇ ਕੋਲ ਭਾਈ ਜੀ ਬਜਟ ਬਣਾਉਣ ਵਾਸਤੇ ਪੈਸੇ ਕੋਈ ਨਹੀਂ। ਤੁਸੀਂ ਉਹ, ਮੈਂ ਹੁਣ ਸੁਣ ਰਿਹਾ ਸਾਂ ਕਿ ਵਲਾ ਆਲਮ ਹੈ, ਸੱਚ ਹੈ ਕਿ ਝੂਠ ਹੈ, ਮੈਂ ਕਿਸੇ ਪ੍ਰੋਗਰਾਮ 'ਚ ਸੁਣਿਆ ਕਿ ਬੱਚਾ ਰੋਕਣੇ ਦੇ ਜਿਹੜੇ ਤਰੀਕੇ ਹੁੰਦੇ ਨੇ ਕਾਉਂਟਰਸੈਪਟਿਵ, ਯਾਨੀ ਕਿ ਬੱਚਾ ਮਤਲਬ ਕਿਸੇ ਨੂੰ ਕੋਈ ਦੇਣੀ ਕੋਈ ਚੀਜ਼, ਤਾਂ ਉਹ ਵੀ IMF ਕੋਲ ਪੁੱਛ ਰਹੇ ਨੇ ਕਿ ਸਾਨੂੰ ਇਹਦੇ 'ਤੇ ਸਬਸਿਡੀ ਅਸੀਂ ਦੇ ਸਕਦੇ ਹਾਂ ਕਿ ਨਹੀਂ, ਕਿ ਬੱਚੇ ਨਾ ਜ਼ਿਆਦਾ ਪੈਦਾ ਹੋਣ। ਅਤੇ ਜਿਹੜਾ ਅਰਬਾਂ ਰੁਪਏ ਦੀ ਜਿਹੜੀ ਮਤਲਬ ਪੈਟਰੋਲ ਦੀ ਮੱਤ ਹੈ, ਵੈਸੇ ਕਰਪਸ਼ਨ ਹੁੰਦੀ ਹੈ, ਵੈਸੇ ਨੌਕਰਾਂ ਦੇ ਨੌਕਰ ਅੱਗੇ ਮਤਲਬ ਆਵਾਮ ਦੇ ਪੈਸੇ 'ਤੇ ਪਾਲ ਰਹੇ ਨੇ, ਉੱਧਰੋਂ ਕੋਈ ਨਹੀਂ ਕੱਢਦਾ। ਅਤੇ ਇਹ ਜਿਹੜੇ ਮਤਲਬ ਸਮਝ ਨਹੀਂ ਆਉਂਦੀ ਕਿ ਚਲਾਉਣ ਵਾਲੇ ਕੀ ਸੋਚ ਰਹੇ ਨੇ, ਕੌਣ ਲੋਕ ਨੇ, ਕੀ ਚਾਹੁੰਦੇ ਨੇ। ਅਸਲ 'ਚ ਤਾਂ ਮੈਂ ਤਾਂ ਕਹਿੰਦਾ ਕਿ ਜੀ ਇਹ ਡਿਪੂਟੇਸ਼ਨ 'ਤੇ ਆਏ ਨੇ, ਇਹਨਾਂ ਦੀ ਹਮਦਰਦੀਆਂ ਸਭ ਕੁਝ ਬਾਹਰ ਮੁਲਕਾਂ ਨਾਲ ਹੈ ਆਲਰੇਡੀ। ਇਹਨਾਂ ਦੇ ਪੈਸਾ ਹਰ ਸ਼ੇ ਉੱਥੇ, ਹੁਣ ਵੀ ਜਿਹੜਾ ਲੁੱਟ ਮੁੱਟ ਹੁੰਦੀ ਹੈ ਸਾਰਾ ਬਾਹਰ ਜਾ ਰਿਹਾ, ਜਿਹੜਾ ਜਿਸ ਲੈਵਲ ਤੱਕ ਵੀ ਹੈ ਕੋਈ ਚਪੜਾਸੀ ਹੈ ਜਾਂ ਕੋਈ ਉੱਤੇ ਲੈਵਲ ਤੱਕ, ਸਾਰਿਆਂ ਦਾ ਇੱਕ ਹੀ ਮਿਸ਼ਨ ਹੈ ਕਿ ਅਸੀਂ ਲੁੱਟੀਏ ਅਤੇ ਬਾਹਰ ਚਲੇ ਜਾਈਏ।
ਤੇ ਸ਼ੱਕ ਨਹੀਂ। ਤੇ ਬਾਹਰ ਜਾ ਕੇ ਵੀ ਜਿਹੜਾ ਨਾ ਉੱਥੇ ਜ਼ਿੰਦਗੀ ਆਸਾਨ ਨਹੀਂ ਜੇ, ਔਰ ਬੰਦਾ ਬੁਰੀ ਤਰ੍ਹਾਂ ਫਸ ਜਾਂਦਾ ਹੈ। ਇਹ ਇੱਥੇ ਹੀ ਨੇ ਬਾਹਰ ਮੁਲਕਾਂ 'ਤੇ ਮੈਂ ਹਾਲਾਤ ਵੇਖੇ ਨੇ, ਕੋਈ ਕਿਸ ਤਰ੍ਹਾਂ ਨਸ ਭੱਜ ਰਿਹਾ ਇਕੱਲਾ, ਕੋਈ ਟੈਕਸੀ ਲੈਂਦਾ ਤੇ ਉਹਦੇ 'ਚ ਵੀ ਕੋਈ ਚਵਾਨੀ ਐਸੇ ਖਲੋ ਜਾਂਦਾ ਕਿ ਮੇਰੇ ਪੈਸੇ ਮੋੜ, ਫਕੀਰ ਦੀ ਤਰ੍ਹਾਂ ਜਾ ਕੇ। ਹਾਲਾਂਕਿ ਬਾਹਰ ਮੁਲਕ ਜਾਂਦੇ ਹੋ ਤੁਸੀਂ, ਕੋਈ ਟੈਕਸੀ ਲੈਂਦੇ ਜਿਹੜਾ ਚੇਂਜ ਬਚਦਾ ਤੁਸੀਂ ਟਿਪ ਦੇ ਦਿੰਦੇ ਹੋ, ਠੀਕ ਹੈ ਨਾ ਸਰ। ਚੇਂਜ ਨਾ ਵੀ ਬਚੇ ਤਾਂ ਪੱਲਿਓਂ ਟਿਪ ਦਿੰਦੇ ਨੇ ਬੰਦੇ, ਉਹ ਤਾਂ ਮਸਤ ਦਿੰਦੇ ਨੇ। ਲੇਕਿਨ ਇਹ ਜਿਹੜੀ ਚਵਾਨੀ ਤੇਰੀ ਬੰਦਾ ਹੱਥ ਰੱਖਦੇ ਨੇ ਬਈ ਮੇਰੇ ਵਾਪਸ ਕਰ, ਉਹ ਵੀ ਫਿਰ ਮੂੰਹ ਵਿਚਾਰੇ ਦੇ ਬਾਅਦ 'ਚ ਜਿਹੜੀ ਗਾਲਾਂ ਸ਼ਾਲਾਂ ਕੱਢਦੇ ਹੋਣੇ ਤੇ ਉਹ ਤਾਂ ਫਿਰ ਰਿਕਾਰਡਿੰਗ ਆਏ ਤਾਂ ਇਹਨੂੰ ਪਤਾ ਲੱਗੇ ਕਿ ਇਹਨਾਂ ਦੀ ਕਿਤਨਾ ਕਿ ਇਹਨਾਂ ਨੂੰ ਜ਼ਲੀਲ ਕੀਤਾ ਗਿਆ ਹੈ। ਅਤੇ ਇਹ ਮੁਲਕ ਦੇ ਵਿੱਚ ਜਿਹੜੇ ਹਾਲਾਤ ਕੀਤੇ ਜਾ ਰਹੇ ਨੇ, ਇਹ ਆਵਾਮ ਕਿਤਨਾ ਕੁ ਬਰਦਾਸ਼ਤ ਕਰੇਗੀ ਮੇਰਾ ਅੱਲਾ ਜਾਣਦਾ ਹੈ। ਤੁਸੀਂ ਵੇਖਦੇ ਹੋ ਕਿ ਰੋਜ਼ ਕੋਈ ਪੁਲਿਸ ਵਾਲੇ, ਕੋਈ ਪੈਰਾ ਫੋਰਸ ਵਾਲੇ, ਕੋਈ ਵਾਰਡਨ ਆਵਾਮ ਨੂੰ ਮਾਰ ਰਹੇ ਨੇ, ਜ਼ਲੀਲ ਕਰ ਰਹੇ ਨੇ, ਔਰ ਉੱਥੇ ਹੀ ਉਸੀ ਜਗ੍ਹਾ 'ਤੇ ਪੁਲਿਸ ਵਾਲਿਆਂ ਦਾ ਆਪਣਾ ਬੰਦਾ ਜੇ ਕੋਈ ਹੋਰ ਵੱਡਾ ਵਡੇਰਾ ਕਾਨੂੰਨ ਤੋੜ ਕੇ ਧੱਜੀਆਂ ਉਡਾ ਕੇ ਜਾ ਰਿਹਾ। ਉਹ ਵੱਡਾ ਵਡੇਰਾ ਕੀ, ਉਹ ਸਪਾਈ ਨਹੀਂ ਮਾਣ ਉੱਥੇ, ਕੋਈ ਨਾ ਵੱਡਾ ਵਡੇਰਾ ਦੂਰ ਦੀ। ਤੇ ਉਹਨਾਂ ਨੂੰ ਜੋ ਮੀਡੀਆ ਵਾਲਾ ਹੈ ਬੰਦਾ, ਮੈਂ ਤਾਂ ਉਹਦੇ ਪ੍ਰੋਗਰਾਮ ਵੇਖਦਾ ਰਹਿੰਦਾ, ਨਾ ਉਹਦੇ ਮੇਰੇ ਰੇਂਜ ਨਹੀਂ, ਲੇਕਿਨ ਬੜਾ ਅੱਛਾ ਬੰਦਾ, ਉਹ ਜਾ ਕੇ ਫੜ ਲੈਂਦਾ, ਵੀਡੀਓ ਬਣਾਉਂਦਾ, ਨਾ ਜਾਂਦੇ ਨੇ ਕਿ ਕੋਈ ਸ਼ਰਾਬ ਵੇਚ ਰਿਹਾ, ਕੋਈ ਚਰਸ ਵੇਚ ਰਿਹਾ, ਕੋਈ ਨੰਬਰ ਪਲੇਟ ਬਗੈਰ ਹੈ, ਕੋਈ ਹੈਲਮਟ, ਤਾਂ ਸਾਰੇ ਹੀ ਨਹੀਂ ਪਾਉਂਦੇ ਨਾ। ਤੇ ਮਤਲਬ ਕਾਨੂੰਨ ਉਹਨਾਂ 'ਤੇ ਕਿਉਂ ਨਹੀਂ ਲਾਗੂ ਹੁੰਦਾ? ਸਿਰਫ ਆਮ ਗਰੀਬ ਆਵਾਮ ਦੀ ਹੋ ਰਿਹਾ, ਸਭ 'ਤੇ ਹੋਣਾ ਚਾਹੀਦਾ। ਔਰ ਅੱਛੀ ਗੱਲ ਹੈ ਕਾਨੂੰਨ ਫਾਲੋ ਕਰਾਉਣ। ਮੈਂ ਕਦੇ ਨਹੀਂ ਕਹਾਂਗਾ ਕਿ ਬਈ ਹੈਲਮਟ ਨਾ ਪਾ, ਹਰ ਬੰਦਾ ਹੈਲਮਟ ਪਾਏ, ਸਾਰੇ ਸੇਫਟੀਆਂ ਰੱਖੇ, ਗੱਡੀ 'ਚ ਬੈਠੇ ਤੇ ਆਪਣਾ ਬੈਲਟ ਲਾਏ, ਸਾਰੇ ਕੰਮ ਜਿਹੜੇ ਕਾਨੂੰਨ ਦੇ ਮੁਤਾਬਿਕ ਹੋਣੇ, ਲੇਕਿਨ ਹਰ ਬੰਦਾ ਕਰੇ। ਸਰ ਆਵਾਮ ਜਿਹੜੀ ਜੇ ਨਾ ਇਹ ਸੁੱਤੀ ਜੇ, ਠੀਕ ਹੈ। ਤੁਹਾਡੇ ਕੋਲ ਕੋਈ ਬੰਦਾ ਨਹੀਂ ਡਰਦਾ, ਡਰ ਉਹਦਾ ਹੁੰਦਾ ਜਿਹਦੇ 'ਚ ਗੈਰਤ ਹੋਵੇ, ਤੇ ਜਿਹਦੇ ਵਿੱਚ ਗੈਰਤ ਨਾ ਹੋਵੇ ਉਹਦਾ ਕੋਈ ਬੰਦਾ ਨਹੀਂ ਡਰਦਾ। ਤੁਹਾਡੀਆਂ ਟੈਕਸਸ ਦੇ ਵਿੱਚ ਪ੍ਰਾਪਰਟੀਆਂ ਪਾਕਿਸਤਾਨੀਆਂ ਦੀਆਂ ਭਰੀਆਂ ਨੇ, ਔਰ ਤੁਹਾਨੂੰ ਬੱਚੇ ਉਹਨਾਂ ਦੇ ਉੱਥੇ ਦੇ ਸਿਟੀਜ਼ਨ ਨੇ, ਕੋਈ ਯੂਰਪ 'ਚ ਸੈੱਟ ਨੇ, ਕੋਈ ਕੈਨੇਡਾ ਸੈੱਟ ਨੇ, ਉਹਨਾਂ ਤੋਂ ਕਿਹਨੇ ਡਰਨਾ ਜੇ? ਕੀ ਮਤਲਬ ਬਈ ਉਹ ਜਿਨ੍ਹਾਂ ਦੇ ਬੱਚੇ ਇੱਥੇ ਨੇ, ਪ੍ਰਾਪਰਟੀਆਂ ਇੱਥੇ ਨੇ, ਪੈਸਾ ਇੱਥੇ, ਉਹਦੇ ਤੋਂ ਕੌਣ ਡਰਦਾ ਜੇ? ਉਹਨਾਂ ਵਾਸਤੇ ਵੀ ਇੱਥੇ ਟੈਕਸਿਸ ਜਿਹੜੇ ਨਹੀਂ, ਅਮਰੀਕਾ ਦੀ ਸਟੇਟ ਹੈ ਉਹ ਬੜੀ ਸਖਤ ਕਾਨੂੰਨ ਲਾ ਰਹੀ ਹੈ। ਉਹ ਸਾਰੇ ਇਹਨਾਂ ਨੂੰ ਕੋਈ ਬੰਦਾ ਨਹੀਂ ਪੁੱਛਦਾ। ਸਰ ਇੱਕ ਮੇਰੀ ਛੋਟੀ ਜਿਹੀ ਗੱਲ ਸੁਣੋ, ਮੈਂ ਜਿੰਨਾ ਚਿਰ ਇੱਕ ਬੰਦਾ ਤੁਸੀਂ ਇਸਤੇਮਾਲ ਕਰਨਾ ਨਾ, ਉਹਨਾਂ ਚਿਰ ਉਹਨੂੰ ਕੋਈ ਬੰਦਾ ਨਹੀਂ ਪੁੱਛਦਾ, ਉਹਦੀ ਸੇਫਟੀ ਵੀ ਇਹ ਕਰਨ ਦੇ। ਇਸਤੇਮਾਲ ਹੋ ਗਈ, ਭੱਜ ਕੇ ਇੱਥੇ ਆ ਜਾਓਗੇ ਤੇ ਫਿਰ ਮੈਂ ਤੁਹਾਨੂੰ ਇੱਕ ਵਾਕਿਆ ਸੁਣਾਉਂਦਾ ਵਾਂ, ਔਰ ਇਹ ਬਿਲਕੁਲ ਹਰ ਬੰਦਾ ਸੱਚ ਕਰਦਾ, ਇਸ ਤਰ੍ਹਾਂ ਹੈ। ਪਾਕਿਸਤਾਨ ਦਾ ਆਲ ਐਂਡ ਆਲ ਸੀ ਆਰਮੀ ਡਿਕਟੇਟਰ ਪਰਵੇਜ਼ ਮੁਸ਼ਰਫ ਜੀ, ਠੀਕ ਹੈ ਨਾ। ਜਿਸ ਵਕਤ ਉਹ ਹੈ ਸੀ ਨਾ, ਇੱਥੇ ਵੀ ਤੁਹਾਨੂੰ ਪਤਾ ਆਉਂਦਾ ਸੀ, ਬੜਾ ਉਹਦਾ ਖਿਆਲ ਰੱਖਣਾ, ਤੇ ਕਹਿੰਦੇ ਜਿੱਥੇ ਪਰੇਡ ਹੁੰਦੀ 23rd ਸੀਟ ਤੇ ਮੈਡੀਸਨ ਤੇ ਉੱਥੇ ਵੀ ਖੜਾ ਹੋ ਕੇ ਤੇ ਬੂਟਾ ਢੋਲ ਵਾਲਾ ਢੋਲ ਮਾਰਦਾ ਸੀ, ਤੇ ਬੜਾ ਨਿਜ਼ਾਮ, ਤੇ ਹਰ ਸ਼ਹਿਰ ਰੁਕ ਜਾਂਦੀ ਟ੍ਰੈਫਿਕ। ਔਰ ਉਹਨੇ ਆਪਣੀ ਕਿਤਾਬ ਵੀ ਲਿੱਤੀ ਜਾਣ ਤੋਂ ਪਹਿਲੀ ਦੀ ਵਜ੍ਹਾ ਤੋਂ ਗਿਆ, ਹੋਰ ਵੀ ਗਲਤੀਆਂ ਨੇ ਬੜੀ ਕੀਤੀਆਂ ਨੇ। ਤੇ ਕਹਿੰਦਾ ਸੀ ਕਿ ਬੁਸ਼ ਮੇਰੇ ਮਸ਼ਵਰੇ 'ਤੇ ਚੱਲਦਾ ਹੈ, ਮੈਂ ਉਹਨੂੰ ਜੋ ਕਹਿੰਦਾ ਉਹ ਕਰਦਾ ਹੈ। ਕੁਝ ਅਰਸਾ ਬਾਅਦ ਲੈ ਗਿਆ ਨਾ, ਲਾਤਾ ਅਮਰੀਕਨ ਨੇ ਉਹਨੂੰ ਜ਼ਲੀਲ ਕਰਕੇ ਹਟਾ ਦਿੱਤਾ। ਫਿਰ ਉਹ ਐਸੇ ਚੋਰ ਔਰ ਬਦਮਾਸ਼ ਪਾਕਿਸਤਾਨ 'ਚ ਆਏ ਨੇ ਕਿ ਜਿਨ੍ਹਾਂ ਨੇ ਪਾਕਿਸਤਾਨ ਦੀ ਤਬਾਹੀ ਫੇਰਤੀ ਹੈ, ਠੀਕ ਹੈ ਨਾ। ਉਸ ਤੋਂ ਬਾਅਦ ਤੁਹਾਡਾ ਜਿਹੜਾ ਨਾ ਐਸਾ ਨਿਜ਼ਾਮ, ਹਰ ਚੀਜ਼ ਡਿੱਗੀ ਹੈ ਨਾ, ਕਿ ਉਹ ਅੱਲਾ ਕਰੇ ਜਲਦੀ ਠੀਕ ਹੋ ਜਾਏ। ਉਹ ਇਨਸ਼ਾਅੱਲਾ ਬਿਮਾਰ ਹੋਇਆ ਜਨਾਬ ਦੁਬਈ 'ਚ, ਉਹਨੇ ਅਮਰੀਕਾ, ਉਹਦੀ ਐਸੀ ਬਿਮਾਰੀ ਲੱਗ ਗਈ ਸੀ, ਸੁਣਨੇ 'ਚ ਆਉਂਦਾ, ਅੱਲਾ ਮਾफ़ ਕਰੇ ਕਿਸੇ ਨੂੰ, ਕੋਈ ਅੱਲਾ ਬਿਮਾਰ ਨਾ ਕਰੇ, ਲੇਕਿਨ ਐਸੀ ਬਿਮਾਰੀ ਲੱਗੀ ਸੀ ਕਿ ਕੋਈ ਸਮਝੋ ਇਲਾਜ ਸੀ, ਬਹੁਤ ਤਕਲੀਫ ਦੇ ਸੀ। ਬਕਾਇਦਾ ਸੁਣਿਆ ਕਿ ਜਿਹੜਾ ਉਹਨੂੰ ਡਾਕਟਰ ਟੀਕਾ ਲਾਉਂਦਾ ਸੀ ਉਹਨੂੰ ਰੋਣਾ ਆ ਜਾਂਦਾ ਸੀ, ਕਿੰਨੀ ਤਕਲੀਫ ਦੇ ਉਹ ਟੀਕਾ ਸੀ। ਉਹਨੇ ਅਮਰੀਕਾ ਦਾ ਵੀਜ਼ਾ ਅਪਲਾਈ ਕੀਤਾ ਦੁਬਈ ਤੋਂ ਕਿ ਮੈਂ ਅਮਰੀਕਾ ਇਲਾਜ ਵਾਸਤੇ ਜਾਣਾ ਚਾਹੁੰਦਾ। ਤੁਹਾਨੂੰ ਪਤਾ ਅਮਰੀਕਨ ਉਹਦਾ ਵੀਜ਼ਾ ਡਿਨਾਈ ਕਰਤਾ ਸੀ ਕਿ ਤੁਹਾਨੂੰ ਨਹੀਂ ਅਮਰੀਕਾ ਜਾਣ ਦੇਣਗੇ। ਹਾਲਾਂਕਿ ਮੈਡੀਕਲ 'ਤੇ ਆ ਜਾਂਦਾ ਨਾ, ਮੈਡੀਕਲ ਵਾਸਤੇ ਆ ਸੀ ਨਾ, ਲੇਕਿਨ ਇਹਨਾਂ ਨੇ ਉਸ ਬੰਦੇ ਦਾ ਵੀਜ਼ਾ ਡਿਨਾਈ ਕਰਤਾ ਜਿਹੜਾ ਕਹਿੰਦਾ ਸੀ ਕਿ ਬੁਸ਼ ਮੇਰੇ ਮਸ਼ਵਰੇ 'ਤੇ ਚੱਲਦਾ ਹੈ, ਠੀਕ ਹੈ ਨਾ। ਤੇ ਬਾਕੀ ਜਿਹੜੇ ਨੇ ਸਾਰੇ ਹੀ ਗੱਲ ਤਾਂ ਮੈਂ ਕਰ ਰਿਹਾ ਸਰ, ਲੇਕਿਨ ਤੁਸੀਂ ਕਹਿ ਰਹੇ ਹੋ ਜਿਵੇਂ ਉੱਥੋਂ ਇੱਥੇ ਆ ਜਾਣਾ। ਸਰ ਮੈਂ ਇਹ ਗੱਲ ਕਰ ਰਿਹਾ, ਤੁਹਾਨੂੰ ਸਮਝ ਨਹੀਂ ਆਈ ਕਿ ਜਿਤਨੀ ਦੇਰ ਇਹਨਾਂ ਨੇ ਤੁਹਾਨੂੰ ਇਸਤੇਮਾਲ ਕਰਨਾ ਨਾ, ਉਤਨੀ ਦੇਰ ਇਹ ਤੁਹਾਨੂੰ ਪ੍ਰੋਟੈਕਟ ਕਰਨ ਦੇ। ਬਿਲਕੁਲ। ਜਿਸ ਟਾਈਮ ਤੁਸੀਂ ਇਹਨਾਂ ਦੇ ਕੰਮ ਤੋਂ ਫਾਰਗ ਹੋ ਗਏ, ਫਿਰ ਇਹਨਾਂ ਨੇ ਤੁਹਾਨੂੰ ਪ੍ਰੋਟੈਕਟ ਨਹੀਂ ਕਰਨਾ। ਇਸ ਟਾਈਮ ਇਹਨਾਂ ਦੇ ਬੱਚੇ ਕਿੱਥੇ ਨੇ? ਅਮਰੀਕਾ, ਬਿਲਕੁਲ, ਯੂਰਪ, ਕੈਨੇਡਾ, ਜੀ ਜੀ, ਠੀਕ ਹੈ। ਇਹਨਾਂ ਦੀਆਂ ਪ੍ਰਾਪਰਟੀਆਂ ਕਿੱਥੇ ਨੇ? ਬਾਹਰ। ਇਹਨਾਂ ਦਾ ਸਿਸਟਮ ਸਾਰਾ ਬਾਹਰ, ਇਹ ਯੂਜ਼ ਹੋ ਰਹੇ ਨੇ। ਬਿਲਕੁਲ। ਤੁਸੀਂ ਦੇਖੋ ਨਾ, ਇਹਨਾਂ ਨੇ ਇੱਥੋਂ ਸ਼ੌਕਤ ਅਜ਼ੀਜ਼ ਟੋਰਿਆ, ਜਿਹਨੂੰ ਜਾਣਦਾ ਹੀ ਕੋਈ ਬੰਦਾ ਨਹੀਂ ਸੀ, ਠੀਕ ਹੈ। ਉਹ 5 ਸਾਲ ਲਾ ਕੇ ਆਇਆ, ਉਹ ਕਿੱਥੇ? ਕਿਸੇ ਬੰਦੇ ਨੂੰ ਕੋਈ ਹੈ ਖਬਰ? ਕੋਈ ਨਹੀਂ ਪਤਾ।
ਜਰਨਲ ਤੁਹਾਡੇ ਕਿਤਨੇ ਕਿਤਨੇ ਜਰਨਲ ਨੇ ਜਿਹੜੇ ਇੱਥੇ ਆ ਕੇ ਤੇ ਡੈਲਸ 'ਚ, ਟੈਕਸਸ, ਹਿਊਸਟਨ 'ਚ ਬੈਠੇ ਨੇ, ਕਿੱਥੇ ਨੇ? ਕੋਈ ਨਾ ਤੇ ਕੋਈ ਨਹੀਂ ਨਾ। ਸਹੀ ਗੱਲ ਹੈ। ਉਹਨਾਂ ਦੇ ਬੱਚੇ ਵੀ ਬਾਹਰ ਜਾ ਕੇ ਕਿਸੇ ਨੂੰ ਇਹ ਨਹੀਂ ਦੱਸਦੇ ਹੋਣ ਮੈਂ ਫਲਾਣੇ ਜਰਨਲ ਦਾ ਬੱਚਾ। ਉਹ ਠੀਕ ਹੈ, ਜ਼ਰੂਰਤ ਹੀ ਨਹੀਂ ਉਹਨਾਂ ਨੂੰ, ਕੀ ਫਾਇਦਾ ਆਪਣੇ ਆਪ ਨੂੰ ਮਤਲਬ ਫਸਾਣ ਕੀ ਦੱਸਣਗੇ ਅਸੀਂ ਨੂੰ ਤਾਂ। ਠੀਕ ਹੈ, ਉਹ ਇਹ ਚੀਜ਼ ਹੈ ਕਿ ਇਹਨਾਂ ਦਾ ਨਾਂ ਕੋਈ ਨਹੀਂ ਰਹਿਣਾ, ਨਾ ਤਾਂ ਕਿਸੇ ਤੇ ਨਹੀਂ ਰਹਿਣਾ ਹਿਸਟਰੀ ਦੇ ਵਿੱਚ। ਨਹੀਂ, ਨਾਂ ਰਹਿਣਾ ਇਸ ਤਰ੍ਹਾਂ ਨਹੀਂ, ਜਿਹੜਾ ਇਸ ਨਾਂ ਰਹਿਣਾ ਹੈ। ਤੁਸੀਂ ਦੇਖੋ ਨਾ, ਇਮਾਮ ਆਲਮ ਸਾਹਿਬ ਦਾ ਜ਼ਿਕਰ ਕੀਤਾ ਜਾਂ ਕੋਈ ਅੱਛੇ ਲੋਕਾਂ ਦਾ ਕੀਤਾ, ਨਾਂ ਹੈ ਕਦੀਰ ਖਾਨ ਸਾਹਿਬ ਹੋ ਗਏ, ਜਿੱਤੇ ਵੀ ਅੱਛੇ ਲੋਕ ਹੋ ਗਏ, ਉਹਨਾਂ ਦਾ ਰਹਿੰਦਾ ਨਾਂ, ਠੀਕ ਹੈ ਨਾ, ਜਿਸ ਤਰ੍ਹਾਂ ਵੀ ਹੋਏ। ਉਹਨਾਂ ਨੂੰ ਤਾਂ ਹਿਸਟਰੀ ਵੀ ਯਾਦ ਰੱਖਦੀ ਹੈ ਨਾ। ਬਿਲਕੁਲ, ਬੰਦੇ ਪੜ੍ਹਦੇ ਨੇ, ਬੰਦੇ ਕਹਿੰਦੇ ਨੇ ਠੀਕ ਹੈ ਜੀ। ਹੁਣ ਸ਼ੇਰ ਸ਼ਾਹ ਸੂਰੀ ਨੂੰ ਤਾਂ ਬੰਦੇ ਯਾਦ ਕਰਦੇ ਨੇ। ਬਿਲਕੁਲ, ਇਹਨਾਂ ਨੂੰ ਕਿਹਨੇ ਯਾਦ ਕਰਨਾ? ਉਹ ਤੁਹਾਡੇ ਉਹ ਖਾਜਾ ਕੁਕੜੀ, ਪਤਾ ਨਹੀਂ ਕਿਹੜਾ ਹੈ, ਖਾਜਾ ਆਸਫ, ਸੌਰੀ ਖਾਜਾ ਕੁਕੜੀ ਕਹਿ ਦਿੱਤਾ, ਖਾਜਾ ਆਸਫ। ਅੱਛਾ, ਜਿਹੜੇ ਵਜ਼ੀਰ ਦਫਾ ਉਹ ਜੀ ਆ, ਆਪਣਾ ਦਫਾ ਕਮਜ਼ੋਰ ਹੈ। ਉਹ ਹੁਣ ਉਹਨਾਂ ਨੇ ਬਿਆਨ ਦਿੱਤਾ ਜੀ ਕਿ ਜੀ ਨਹੀਂ, ਮੈਂ ਗੱਲ ਤੇ ਕੀਤੀ ਹੈ ਤੇ ਮੇਰਾ ਮਤਲਬ ਇਹ ਨਹੀਂ ਸੀ ਤੇ ਮੈਂ ਸਮਝਾ ਸਕਣਾ। ਕੀ ਸਮਝਾਣਾ ਤੁਸੀਂ? ਉਹ ਤੁਸੀਂ ਆਏ ਹੋ ਇੰਡੀਆ ਤੋਂ, ਤੁਹਾਡਾ DNA ਹੋਏ, ਤੁਸੀਂ ਪਿੱਛੇ ਦਫਾ ਹੋ ਜਾਓ, ਨਹੀਂ ਤੁਹਾਨੂੰ ਪਸੰਦ ਹੈ। ਬਿਲਕੁਲ, ਕੋਈ ਹੁਣ ਅਸੀਂ ਤੇ MM ਆਲਮ ਨੂੰ ਉੱਥੇ ਕਰਨਗੇ ਤੇ ਉਹ ਨਹੀਂ ਹੋਣਾ ਚਾਹੀਦਾ ਨਾ। ਔਰ ਇੱਕ ਛੋਟੀ ਗੱਲ ਤਾਂ ਅਸੀਂ ਕਰ ਸਕਦੇ ਜਿਹੜੀ ਗੱਲ ਹੈ, ਮੈਂ ਉਹਨਾਂ ਇੱਕ ਪ੍ਰੋਗਰਾਮ 'ਤੇ ਖੁਦ ਹੀ ਸੁਣਿਆ, ਜਦੋਂ ਮੁਸ਼ਰਫ ਦੌਰ ਹੈ ਤੇ ਉਹ ਤਾਂ ਆਲਰੇਡੀ ਅਕਾਮਾ ਲੈ ਕੇ ਪਤਾ ਨਹੀਂ ਕੀ ਦੁਬਈ 'ਚ ਬੈਠੇ ਸਨ, ਅਰਬਾਂ 'ਚ ਬੈਠੇ ਸਨ, 10 ਸਾਲ ਰਹੇ ਨੇ ਉੱਥੇ। ਤੇ ਫਿਰ ਹੁਣ ਵੀ ਉਹਨਾਂ ਦਾ ਕੁਝ ਹੁੰਦਾ, ਹਕੂਮਤ ਜਾਂਦੀ ਹੈ, ਕੁਝ ਹੁੰਦਾ, ਤੇ ਫਿਰ ਉਹਨਾਂ ਦਾ ਖਾਜਾ ਸਾਹਿਬ ਦੇ ਬੱਚੇ ਕਿਤੇ ਨੇ, ਬਾਹਰ ਹੀ ਹੋਣੇ ਨੇ, ਅਮਰੀਕਾ ਹੋਣੇ ਨੇ ਇਸ ਟਾਈਮ ਤੇ। ਖਾਜਾ ਸਾਹਿਬ ਦੇ ਬੱਚੇ ਅਮਰੀਕਾ ਰਹਿੰਦੇ ਨੇ, ਵੇਖ ਲਓ ਫਿਰ। ਖਾਜਾ ਸਾਹਿਬ ਦਾ ਪਾਕਿਸਤਾਨ 'ਚ ਕੀ ਹੈ? ਕੁਝ ਵੀ ਨਹੀਂ। ਉਹੀ ਨਾ, ਜਿਸ ਨੇ ਹਕੂਮਤ ਜਾਣੀ ਹੈ, ਖਤਰਾ ਉਹਨਾਂ ਨੇ ਆਪਣਾ ਬਰੀਫ ਕੇਸ ਚੁੱਕਣਾ ਹੈ, ਦੋ ਜਿਹੜੇ ਕੱਪੜੇ ਲੈਣੇ ਨੇ ਤੇ ਇੱਥੇ ਆ ਜਾਣਗੇ, ਕਿਸੇ ਬਾਹਰੋਂ ਚੱਲ ਜਾਣਗੇ। ਸਰ ਇਹਨਾਂ ਦੇ ਹੁਣ ਐਸੀਆਂ ਗੱਲਾਂ ਨੇ ਜਿਹੜੀਆਂ ਇੱਥੇ ਬਹਿ ਕੇ ਨਹੀਂ ਕਰਨ ਆਉਂਦੀਆਂ। ਨਹੀਂ ਕਰੋ ਬਿਹਤਰ ਹੈ, ਅਸੀਂ ਮਤਲਬ ਖਾਜਾ ਸਾਹਿਬ ਨੂੰ ਕਹੋ ਮੇਰੇ ਸਾਹਮਣੇ ਆ ਕੇ ਬੈਠ, ਮੈਂ ਇਹਨਾਂ ਨੂੰ ਦੱਸਾਂ ਤੁਸੀਂ ਕੀ ਹੋ। ਮੈਂ ਪਰਸਨਲੀ ਜਾਣਦਾ। ਠੀਕ ਹੈ, ਗੱਲ ਹੈ ਕਿ ਇਹ ਲੋਕ ਪਾਕਿਸਤਾਨ ਨਾਲ, ਇਹਨਾਂ ਨੂੰ ਕੋਈ ਵੀ ਨਹੀਂ, ਪਾਕਿਸਤਾਨੀ ਆਵਾਮ ਨੂੰ ਸੋਚਣਾ ਚਾਹੀਦਾ ਕਿ ਇਹ ਨਹੀਂ ਹੋਣਾ ਚਾਹੀਦਾ ਕੰਮ। ਸਹੀ ਗੱਲ ਹੈ। ਕਿ ਹੁਣ ਜਿਹੜੇ ਗਲੀਆਂ ਦੇ ਨਾਂ ਨੇ, ਹੁਣ ਫੈਸਲਾਬਾਦ ਤੁਸੀਂ ਰੱਖਿਆ, ਸ਼ਾਹ ਫੈਸਲ ਦੇ ਨਾਂ ਤੇ ਤੁਸੀਂ ਰੱਖਿਆ ਜੀ, ਹੁਣ ਤੁਸੀਂ ਉਹਨੂੰ ਦੁਬਾਰਾ ਲੈਲਪੁਰ ਕਰੋਗੇ। ਇਸੇ ਤਰ੍ਹਾਂ ਹੀ ਹੋਰ ਨਾਂ ਨੇ ਜਿਹੜੇ ਚੇਂਜ ਕਰ ਰਹੇ ਨੇ। ਕਿਉਂ ਹੋਈ? ਵਜ੍ਹਾ ਕੀ ਹੈ? ਇਹ ਸੀਰੀਅਸਲੀ ਫੈਸਲਾਬਾਦ ਨੂੰ ਲਾਲਪੁਰ ਕਰਨਾ ਚਾਹੁੰਦੇ ਨੇ? ਮੈਂ ਗੱਲ ਕਰ ਰਿਹਾ ਨਾ, ਜੋ ਇਹਨਾਂ ਦੇ ਜੇ ਲਾਹੌਰ ਨੂੰ ਚੇਂਜ ਕਰ ਰਹੇ ਨੇ। ਹੁਣ ਜੇ ਤੁਹਾਡਾ ਉਹ ਜੈਨ ਮੰਦਰ ਰੋਡ ਦਾ ਨਾਂ ਕੋਈ ਚੇਂਜ ਹੋਇਆ ਤੇ ਦੁਬਾਰਾ ਜੈਨ ਮੰਦਰ ਕਰ ਰਹੇ ਨੇ, ਅਗਰ ਮਿਸਾਲ ਦੇ ਤੌਰ ਤੇ, ਕਿਉਂ ਕਰ ਰਹੇ ਨੇ? ਕੋਈ ਸਮਝ ਨਹੀਂ ਆਉਂਦੀ ਅਸਲ 'ਚ। ਪਤਾ ਨਹੀਂ ਇਹਨਾਂ ਦੇ ਐਡਵਾਈਜ਼ਰ ਕੌਣ ਹੈ, ਜਾਂ ਖੁਦ ਇਸ ਤਰ੍ਹਾਂ ਲੱਗੇ ਪਏ ਨੇ, ਜਾਂ ਤਾਂ ਆਵਾਮ ਨੂੰ ਖੁਦ ਚਾਹੁੰਦੇ ਨੇ ਕਿ ਸੜਕਾਂ 'ਤੇ ਨਿਕਲੇ। ਜੀ ਇਹ ਇੱਕੋ ਹੀ ਚੀਜ਼ ਜੋ ਹੈ ਜਿਹੜੀ ਨਜ਼ਰ ਆ ਰਹੀ ਹੈ, ਉਹ ਜੇ ਬਾਹਰ ਵਾਲਿਆਂ ਦੀ TC। ਇਸ 'ਚ ਕੋਈ ਸ਼ੱਕ ਨਹੀਂ ਹੈ। ਮੇਰੇ ਕੋਲ ਖੁਦ ਬੜੀ ਗੱਲਾਂ ਰਿਪੋਰਟਾਂ ਨੇ ਆਈਆਂ ਸਾਰਿਆਂ ਦੇ ਬਾਰੇ 'ਚ। ਬੰਦਾ ਗੱਲ ਜੋ ਨਜ਼ਰ ਆ ਰਿਹਾ, ਕੀ ਸ਼ਰਮ ਆਉਂਦੀ, ਦੁੱਖ ਆਉਂਦਾ ਕਿ ਕੀ ਇੱਥੇ ਆ ਕੇ ਗੱਲਾਂ ਕਰਦੇ ਨੇ। ਔਰ ਕਿ ਤੁਸੀਂ ਬਣੇ ਹੋ ਇਸਲਾਮ ਦੇ ਨਾਂ 'ਤੇ। ਠੀਕ ਹੈ, ਬਿਲਕੁਲ ਤੁਹਾਨੂੰ ਇਸਲਾਮ ਦੇ ਨਾਂ 'ਤੇ ਹੀ ਚੱਲਣਾ ਚਾਹੀਦਾ। ਆਵਾਮ ਜਿਹੜੀ ਉਹ ਸੁੱਤੀ ਹੈ ਸੱਤੂ ਪੀ ਕੇ। ਪਤਾ ਇਹਨਾਂ ਨੂੰ ਉਦੋਂ ਲੱਗਣਾ ਜਦੋਂ ਲਿੱਤਰ ਇਹਨਾਂ ਨੂੰ ਇੰਝ ਦੇ ਪੈਣਾ ਨਾ ਕਿ ਇਹ ਇਹਨਾਂ ਨੇ ਭੁੱਲ ਲੈਣੇ ਨੇ। ਸਹੀ ਗੱਲ ਹੈ। ਇਹ ਬੰਦਿਆਂ ਨੇ ਕਹਿਣਾ ਕਿ ਜਿਹੜਾ ਇਹ ਦੌਰ ਗੁਜ਼ਰਿਆ ਨਾ, ਇਹ ਬਹੁਤ ਅੱਛਾ ਸੀ। ਸਹੀ ਗੱਲ ਹੈ। ਜਿਸ ਤਰ੍ਹਾਂ ਬੰਦੇ ਕਹਿੰਦੇ ਨਾ, ਹੁਣ ਜਦੋਂ ਨੂਨ ਲੀਗ ਆਈ, ਪੀਪਲ ਪਾਰਟੀ ਆਈ, ਤੇ ਬੰਦੇ ਕਹਿੰਦੇ ਸੀ ਯਾਰ ਮੁਸ਼ਰਫ ਦਾ ਦੌਰ ਬਹੁਤ ਅੱਛਾ ਸੀ, ਸਹੀ ਗੱਲ, ਮਹਿੰਗਾਈ ਨਹੀਂ ਸੀ। ਮੈਂ ਸੁਣਿਆ ਬੰਦਿਆਂ ਨੂੰ ਕਹਿੰਦੇ। मैं तो उसका नहीं इतना इन्वॉल्व से पाकिस्तान नहीं, मैं सुने तुम दसा वाकई कंट्रोल रखे उन्होंने, और 8-10 साल रखे, 8 साल रखे कि 6 ਇਸੇ ਤਰ੍ਹਾਂ ਹੀ ਬੰਦਿਆਂ ਨੇ, ਅਗਰ ਇਸ ਤਰ੍ਹਾਂ ਹੀ ਕੰਮ ਚੱਲਦਾ ਰਿਹਾ ਨਾ, ਤੇ ਬੰਦਿਆਂ ਨੇ ਕਹਿਣਾ ਪਿਛਲਾ ਦੌਰ ਇਹਦੇ ਤੋਂ ਬਹੁਤ ਅੱਛਾ ਸੀ। इस चीज़ कोई शक नहीं है, इस चीज़ कोई शक नहीं है। हालांकि ਜਿਹੜਾ ਜਿੰਨਾ ਗਰਸਾ PTI ਦੀ ਹਕੂਮਤ ਰਹੀ ਹੈ 4 ਸਾਲ 4.5 ਸਾਲ, ਆਵਾਮ ਉਸ ਬੜੀ ਤੰਗ ਪਰੇਸ਼ਾਨ ਸੀ। ਹੁਣ ਉਹ ਰੋਂਦੇ ਨੇ, ਉਹ ਬਹੁਤ ਅੱਛਾ ਵਕਤ ਸੀ। ਤੁਸੀਂ ਕਦੇ ਵੇਖੋ ਨਾ,
ਤੇ ਪਹਿਲੋਂ ਲੋਕ ਤੰਗ ਆ ਗਏ ਸਨ ਉਹਨਾਂ ਕੋਲੋਂ ਸਰ ਉਹਦਾ ਨਤੀਜਾ ਤੁਹਾਨੂੰ ਨੇ ਕਿ ਉਹ ਬਹੁਤ ਜਦੀ ਉਹਦਾ ਨਤੀਜਾ ਤੁਹਾਨੂੰ ਲੱਭਾ ਨਹੀਂ 8 ਫਰਵਰੀ ਨੂੰ। ਬਿਲਕੁਲ ਉਹ ਤੇ 8 ਫਰਵਰੀ ਨੂੰ ਤੁਹਾਨੂੰ 2 ਸਾਲ ਵੀ ਨਹੀਂ ਪੂਰੇ ਹੋਏ ਤੇ ਲੱਭ ਗਿਆ। ਸਹੀ ਗੱਲ ਹੈ। ਤੁਸੀਂ ਅੱਜ ਇਲੈਕਸ਼ਨ ਕਰਾ ਲਓ, ਇਹਨਾਂ ਨੂੰ ਤਾਂ ਇੱਕ ਸੀਟ ਨਹੀਂ ਲੱਭਦੀ। ਜਿਵੇਂ ਹਾਂ ਜਿਹੜੀ ਪਿਛਲੀ ਵਿਵਸਥਾ 18 ਸਨ ਉਹ ਵੀ ਨਹੀਂ ਲੱਭਣੀਆਂ। ਦੇਖੋ ਜੀ ਉਹ ਮਨਸੂਰ ਅਲੀ ਖਾਨ ਹੈ, ਉਹ ਕੋਈ ਕਹਿੰਦੇ ਨੇ ਨੂਨ ਲੀਗ ਦਾ, ਕੋਈ ਕਹਿੰਦੇ ਨੇ ਇੰਝ ਕੋਈ ਇੰਝ, ਜੋ ਵੀ ਹੈ। ਮੈਂ ਉਹਦਾ ਸੁਣ ਰਿਹਾ ਸੀ, ਉਹਨੇ ਕਿਹਾ ਜੀ ਤੁਸੀਂ ਅਗਰ ਇਹ ਕਹੋ ਕਿ PTI ਦੀਆਂ ਸੀਟਾਂ ਇਤਨੀਆਂ ਸੀ ਤਾਂ ਗਲਤ ਗੱਲ ਹੈ। ਤੁਸੀਂ ਆਖੋ ਨੂਨ ਲੀਗ ਦੀਆਂ ਇਤਨੀਆਂ ਸੀ ਤੇ ਇਹ ਵੀ ਗਲਤ ਹੈ। PTI ਦੀਆਂ ਸੀਟਾਂ ਜ਼ਿਆਦਾ ਸੀ। ਉਹਨਾਂ ਤੁਸੀਂ ਇਹ ਆਖੋ ਧਾਂਦਲੀ ਨਹੀਂ ਹੋਈ ਤੇ ਧਾਂਦਲੀ ਹੋਈ ਹੈ। ਉਹ ਧਾਂਦਲੇ ਹੋਏ ਨੇ ਕਿ ਠੀਕ ਹੈ, ਉਹ ਇਹ ਚੀਜ਼ ਹੈ ਕਿ ਪਤਾ ਸਾਰਾ ਹੈ, ਲੇਕਿਨ ਟੀਵੀ ਤੇ ਬਹਿ ਕੇ ਸੱਚ ਕੋਈ ਨਹੀਂ ਬੋਲਦਾ। ਨਹੀਂ ਸਰ, ਆਵਾਮ ਨੂੰ ਕੋਈ ਨਹੀਂ ਜੇ ਦੱਸਦਾ ਸਿੱਧੀ ਗੱਲ। ਬਹੁਤ ਸਖਤੀ ਨਹੀਂ ਬੋਲ ਸਕਦੇ ਉਹ ਸਭ ਨੂੰ ਪਤਾ ਹੈ। ਮੈਂ ਤਾਂ ਕਹਿੰਦਾ ਜਿਨ੍ਹਾਂ ਨੇ ਸੁਬਾਹ ਜਾ ਕੇ ਮੋਹਰਾਂ ਲਾਈਆਂ ਨੇ ਔਰ ਜੋ ਸਾਰਾ ਕੁਝ ਕੀਤਾ ਖੁਦ ਦੱਸਦੇ ਨੇ ਕੀ ਕੀਤਾ, ਲੇਕਿਨ ਬਾਹਰ ਆ ਕੇ ਨਹੀਂ ਬੋਲ ਸਕਦੇ। ਇੱਕ ਚੱਠਾ ਸਾਹਿਬ ਬੋਲੇ ਸਨ, ਕਮਿਸ਼ਨਰ ਪਿੰਡੀ ਸਨ, ਉਹਨਾਂ ਨੂੰ ਪਾਗਲ ਕਰਾ ਦਿੱਤਾ ਯਾਨੀ ਕਿ ਪਾਗਲ ਹੋ ਗਏ ਹੈ। ਉਹ ਕੀ ਸਟੋਰੀਆਂ ਬਣਾ ਦਿੱਤੀਆਂ ਨੇ ਬਾਰੇ 'ਚ, ਲੇਕਿਨ ਉਹ ਠੀਕ ਕਹਿ ਰਹੇ ਸਨ ਚੱਠਾ ਸਾਹਿਬ। ਬਹਰਹਾਲ ਅੱਲਾਹ ਪਾਕ ਇਹਨਾਂ ਨੂੰ ਹਦਾਇਤ ਦੇ। ਬਿਲਕੁਲ ਦੁਆ ਕਰ ਸਕਨੇ ਆ, ਸਾਡਾ ਜ਼ੋਰ ਤਾਂ ਕੋਈ ਨਹੀਂ ਜੀ। ਤੇ ਤੁਸੀਂ ਥੋੜਾ ਜਿਹਾ ਸੋਚੋ ਪਾਕਿਸਤਾਨ ਵਾਲਿਓ ਜਿਨ੍ਹਾਂ ਨੂੰ ਉੱਥੇ ਰਹਿਣਾ ਹੈ। ਹਾਂ ਨਹੀਂ, ਹਾਲਾਤ ਬਹੁਤ ਖਰਾਬ ਹੁੰਦੇ, ਗਰੀਬ ਹਾਲਾਤ ਖਰਾਬ ਹੋ ਰਹੇ ਨੇ, ਹਰ ਬੰਦਾ ਹੀ ਮਾਰਿਆ ਜਾ ਰਿਹਾ। ਤੇ ਗੁਰਬਤ ਜੀ ਮਹਿੰਗਾਈ ਦੇ ਵਿੱਚ ਇੱਕ ਦਿਨ ਤੁਹਾਡੇ ਬਿਜਲੀ ਦੇ ਬਿੱਲ ਆ ਜਾਂਦੇ ਨੇ, ਇਤਨੇ ਖਰਚੇ ਆ ਜਾਂਦੇ ਨੇ, ਔਰ ਇਨਕਮ ਕੋਈ ਨਹੀਂ ਹੈ ਕਿ ਕੋਈ ਵਸੀਲਾ ਵੀ ਨਹੀਂ ਹੈ ਕਿ ਜੀ ਇਹ ਕੰਮ ਨਹੀਂ ਹੈ ਤੇ ਚੱਲ ਜਾਏਗਾ, ਕੰਮ ਵੀ ਕੋਈ ਨਹੀਂ ਰਹੇ। ਜਿਹੜਾ ਕੋਈ ਰੇਹੜੀ ਲਾ ਰਿਹਾ ਯਾਰ, ਮੈਂ ਜਿਹੜੀ ਦੁੱਖ ਦੀ ਗੱਲ ਹੁੰਦੀ ਨਾ ਫਖਰ ਭਾਈ, ਤੁਹਾਡੇ ਨਾਲ ਵੀਡੀਓ ਵੀ ਸ਼ੇਅਰ ਕਰਾਂਗਾ। ਇੱਕ ਮਾਸੂਮ ਬੱਚਾ, ਉਹਦੀ ਉਮਰ ਕੋਈ 9-10 ਸਾਲ ਹੋਣੀ ਹੈ, ਉਹਨੂੰ ਕੁਦਰਤੀ ਤੌਰ 'ਤੇ ਅੱਲਾ ਦੀ ਤਰਫੋਂ ਵਿਚਾਰੇ ਦੀ ਖੱਬੀ ਲੱਤ ਨਹੀਂ ਸੀ ਔਰ ਮੈਂ 'ਚ ਸੱਜਾ ਹੱਥ ਵੀ ਨਾ, ਉਹ ਵਿਚਾਰੇ ਦਾ ਨਾ ਉਂਗਲਾਂ ਸ਼ੁੰਗਲਾਂ ਇਸ ਤਰ੍ਹਾਂ ਜੁੜੀਆਂ ਸਨ। ਉਸ ਗਰੀਬ ਦੇ ਬੱਚੇ ਨੇ ਨਾ ਜ਼ਮੀਨ ਦੇ ਉੱਤੇ ਨਾ ਚਾਦਰ ਵਿਛਾ ਕੇ ਤੇ ਖੁਸ਼ੀ ਨਾਲ ਵੇਚ ਰਹੇ ਸੀ। ਉਹ ਪੈਰਾ ਫੋਰਸ ਵਾਲੇ ਆ ਕੇ ਉਹਨੂੰ ਚੜਨਾ ਮਾਰਦੇ ਰਹੇ ਨੇ, ਉਹਦਾ ਸਮਾਨ ਚੁੱਕ ਕੇ ਸੁੱਟਦੇ ਨੇ। ਹੁਣ ਮੈਨੂੰ ਦੱਸੋ ਯਾਰ, ਹੈ ਕੋਈ ਜਾਨਵਰ ਵੀ ਹੁੰਦਾ ਨਾ ਉਸ ਬੱਚੇ 'ਤੇ ਤਰਸ ਖਾਂਦਾ ਕਿ ਮਾਸੂਮ ਛੋਟਾ ਬੱਚਾ ਹੈ, ਉਹ ਮਜਬੂਰੀ ਨਾਲ ਗੁਰਬਤ ਨਾਲ ਹੀ ਲਗਾ ਪਿਆ ਹੈ। ਇਸ ਤਰ੍ਹਾਂ ਦੇ ਬੱਚੇ ਨੂੰ ਤਾਂ ਬੰਦੇ ਜੇਬੋਂ ਪੈਸੇ ਦੇ ਦਿੰਦੇ ਕਿ ਯਾਰ ਬੱਚੇ ਤੂੰ ਹੱਕਦਾਰ ਹੈ ਇਸ ਚੀਜ਼ ਦਾ, ਉਹਨੂੰ ਮਾਰੇ ਉਹ ਹੱਕਦਾਰ ਨਹੀਂ ਹੈ। ਤੇ ਉਹ ਇਸ ਤਰ੍ਹਾਂ ਦੀ ਕਰਨ ਨਾ ਦੇਖੋ ਤੁਸੀਂ ਮਾਸ਼ਾਅੱਲਾ ਸਾਰੇ ਅੱਛੇ ਮੁਸਲਮਾਨ ਹੋ, ਇਸਲਾਮ ਨੂੰ ਜਾਣਦੇ ਪੜ੍ਹੇ ਨੂੰ, ਬੱਚੇ ਪੈਦਾ ਹੀ ਨਹੀਂ ਕਰਨੇ ਚਾਹੀਦੇ। ਲੇਕਿਨ ਜਿਹੜਾ ਨਾ ਜਿਸ ਕਰ ਅੱਲਾਹ ਤਾਲਾ ਨੂੰ ਇਹ ਚੀਜ਼ਾਂ ਨਹੀਂ ਪਸੰਦ ਸੀ, ਅੱਲਾਹ ਨੂੰ ਗੁੱਸਾ ਆ ਗਿਆ ਨਾ ਤੇ ਫਿਰ ਸਭ ਹੀ ਰਗੜੇ ਜਾਓਗੇ। ਜਿਹੜੇ ਜ਼ੁਲਮ ਕਰ ਰਹੇ ਨੇ, ਜਿਹੜੇ ਜ਼ੁਲਮ ਦੇ ਖਿਲਾਫ ਬੋਲ ਨਹੀਂ ਰਹਿ ਰਹੇ ਨੇ, ਤੇ ਜਿਹੜੇ ਜ਼ੁਲਮ ਬਰਦਾਸ਼ਤ ਕਰ ਰਹੇ ਨੇ, ਸਭ ਹੀ ਸਫਾਈ ਹੋ ਜਾਣੀ ਹੈ ਅੱਲਾਹ ਦੀ ਤਰਫੋਂ। ਐਸਾ ਅੱਲਾਹ ਦੀ ਤਰਫੋਂ ਆਉਣਾ ਹੈ ਕਿ ਇਨਸਾਨ ਨੂੰ ਸਮਝ ਨਹੀਂ ਆਉਣਾ ਕਿ ਜਿਸ ਤਰ੍ਹਾਂ ਉਹ ਘੁੰਮਦੇ ਨਾ, ਜਿਸ ਤਰ੍ਹਾਂ ਉਹ ਪਾਕਿਸਤਾਨ ਵਰੂਣਾ ਕਹਿੰਦੇ ਨੇ, ਗੱਲਬਾਤ ਸਾਡੇ ਅਮਰੀਕਾ ਟੋਰਨੇਡੋ ਕਹਿੰਦੇ ਨੇ, ਸਭ ਟੋਰਨੇਡੋ ਦੇ ਵਿੱਚ ਆ ਜਾਣੇ ਨੇ ਤੁਹਾਡੇ ਲਾਗੇ। ਗੱਲ ਹੈ ਨਾ ਸੌਖੀ ਜੀ, ਵਡੇਰੇ ਦੱਸਦੇ ਨੇ ਸੁੱਕੀ ਨਾਲ ਗਿੱਲੀ ਵੀ ਸੜ ਜਾਂਦੀ ਹੈ ਤੇ ਫਿਰ ਹਰ ਸ਼ਹਿ ਜਾਏਗੀ। ਤੇ ਇਹ ਜਦੋਂ ਕੰਮ ਹੋਣਾ ਇਹ ਫਿਰ ਸਾਰਿਆਂ ਨੇ ਜਾਣਾ। ਇਸ ਨੂੰ ਇਸਲਾਹ ਕਰ ਲਓ, ਤੁਸੀਂ ਬਹੁਤ ਗਲਤੀਆਂ ਕਰ ਰਹੇ ਹੋ ਸਾਰੇ, ਠੀਕ ਹੈ ਨਾ, ਕਿਉਂਕਿ ਇਸਲਾਮ ਦੇ ਮੁਲਕ ਨਾ ਬਣਿਆ, ਇਸਲਾਮ ਦੇ ਉੱਤੇ ਕੋਈ ਨਹੀਂ, ਸਿਰਫ ਮੁਲਕ ਦਾ ਨਾਂ ਹੈ, ਇਸਲਾਮ ਦੇ ਨਾਂ 'ਤੇ ਬਣਿਆ, ਉਸ ਦੇ ਵਿੱਚ ਕੋਈ ਸਿੱਧਾ ਕੰਮ ਨਹੀਂ ਹੋ ਰਿਹਾ। ਹੁਣ ਤਾਂ ਜਿਹੜੇ ਮੌਲਵੀ ਵਿਚਾਰੇ ਸਨ, ਜਾਂ ਮੌਲਵੀ ਵੀ ਹੁਣ ਬਿਜ਼ਨਸ 'ਚ ਹੀ ਨੇ ਸਾਰੇ, ਉਹਨਾਂ ਨੇ ਵੀ ਸੀ ਕੋਈ ਥੋੜ੍ਹੀ ਬਹੁਤ ਤਨਖਾਹ ਰੱਖ ਕੇ ਖਾਮੋਸ਼ ਕਰਾ ਲਏ, ਠੀਕ ਹੈ ਨਾ। ਅਤੇ ਬਾਕੀ ਜਿਹੜਾ ਕੋਈ ਕਦੇ ਬੋਲਦਾ ਸੀ ਜਾਂ ਕੋਈ ਚਾਂਸ ਸਨ, ਉਹਨਾਂ ਨੂੰ ਸੀ ਜਾਂ ਮਤਲਬ ਕੈਦ ਕਰਤਾ ਜਾਂ ਗਾਇਬ ਵੀ ਕਰਤਾ ਹੈ, ਉਹ ਬੋਲ ਨਹੀਂ ਸਕਦੇ। ਚਲੋ ਅੱਲਾਹ ਪਾਕ ਹਦਾਇਤ ਦੇ ਨੇ ਜੀ, ਅੱਲਾਹ ਪਾਕ ਸਾਰਿਆਂ ਨੂੰ ਹਦਾਇਤ ਦੇ। ਆਮੀਨ। ਸਭ ਤੋਂ ਪਹਿਲੇ ਅੱਲਾਹ ਪਾਕ ਪਾਕਿਸਤਾਨੀ ਆਵਾਮ ਨੂੰ ਹਦਾਇਤ ਦੇ। ਆਮੀਨ। ਤੇ ਇਨਸ਼ਾਅੱਲਾ ਜ਼ਿੰਦਗੀ ਰਹੀ ਤੇ ਫਿਰ ਮਿਲਾਂਗੇ ਇਨਸ਼ਾਅੱਲਾ। ਅਗਰ ਕੋਈ ਗੱਲ ਮਾੜੀ ਲੱਗੀ ਹੋਏ ਤਾਂ ਮਾਜ਼ਰਤ, ਅਗਰ ਕੋਈ ਗੱਲ ਅੱਛੀ ਲੱਗੇ ਤਾਂ ਲਾਈਕ ਸ਼ੇਅਰ ਔਰ ਸਬਸਕ੍ਰਾਈਬ ਕਰੋ। ਇਨਸ਼ਾਅੱਲਾ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ। ਅੱਲਾਹ ਹਾਫਿਜ਼।